गुड इवनिंग टू ऑल। ਸੋ ਸਟਾਰਟ ਹੀ ਕਰਦੇ ਹਾਂ ਡਾਇਰੈਕਟ। ਤੁਹਾਨੂੰ ਸਭ ਨੂੰ ਹੀ ਪਤਾ ਹੈ ਕਿ ਤੁਸੀਂ ਆਪਣੇ ਆਨਸਰ ਚੈਟ ਬਾਕਸ ਦੇ ਵਿੱਚ ਦੇਣੇ ਆ। ਅਗਰ ਕੋਈ ਨਿਊ ਜੁੜਿਆ ਤਾਂ ਉਹ ਸੁਣ ਲੇ ਕਿ ਜੋ ਤੁਹਾਡੇ ਆਨਸਰ ਹੋਣਗੇ ਉਹ ਚੈਟ ਬਾਕਸ ਦੇ ਵਿੱਚ ਦਿੱਤੇ ਜਾਣਗੇ। ਸੋ ਅੱਜ ਦਾ ਜੋ ਟੌਪਿਕ ਹੈ ਉਹ ਹੈ ਪਾਰਲੀਮੈਂਟ, ਜਿਹਨੂੰ ਹਿੰਦੀ ਵਿੱਚ ਔਰ ਪੰਜਾਬੀ ਵਿੱਚ ਸੰਸਦ ਕਹਿੰਦੇ ਆ। ਠੀਕ ਹੈ, ਅਗਰ ਤੁਸੀਂ UPSC, ਪੰਜਾਬ PSC, ਨਾਇਬ ਤਹਿਸੀਲਦਾਰ, PSPCL, ਪਟਵਾਰੀ, ਜੇਲ੍ਹ ਵਾਰਡਨ, ਪੰਜਾਬ ਪੁਲਿਸ, ਟੀਚਿੰਗ ਲਾਈਨ ਦੇ ਕਿਸੇ ਵੀ ETT, DSSB, NTT, BEd ਜਾਂ ਮਾਸਟਰ ਕੇਡਰ ਕਿਸੇ ਵੀ ਐਗਜ਼ਾਮ ਦੀ ਤਿਆਰੀ ਕਰ ਰਹੇ ਹੋ ਤਾਂ ਪਾਰਲੀਮੈਂਟ ਟੌਪਿਕ ਜੋ ਹੈ ਤੁਹਾਡੇ ਲਈ ਇੰਪੋਰਟੈਂਟ ਹੈ, ਸਪੈਸ਼ਲੀ BEd ਵਾਲੇ ਜੋ ਪੋਲਿਟੀ ਵਾਲੇ ਆ। ਠੀਕ ਹੈ, ਬਾਕੀ ਸਭ ਲਈ ਤਾਂ ਹੈ ਹੀ। ਸੋ ਸਟਾਰਟ ਕਰਦੇ ਹਾਂ। ਅੱਜ ਦਾ ਫਰਸਟ ਕੁਐਸਚਨ ਹੈ, ਸੰਸਦ ਦੀ ਕਾਰਵਾਈ ਦਾ ਪਹਿਲਾ ਘੰਟਾ ਹੁੰਦਾ ਹੈ। ਆਪਸ਼ਨ A ਹੈ ਪ੍ਰਸ਼ਨ ਕਾਲ, ਜਿਹਨੂੰ ਇੰਗਲਿਸ਼ ਵਿੱਚ ਕੁਐਸਚਨ ਆਵਰ ਕਹਿੰਦੇ ਆ। ਆਪਸ਼ਨ B ਹੈ ਸਿਫਰ ਕਾਲ, ਜਿਹਨੂੰ ਇੰਗਲਿਸ਼ ਵਿੱਚ ਜ਼ੀਰੋ ਆਵਰ ਕਹਿੰਦੇ ਆ। ਆਪਸ਼ਨ C ਹੈ ਦੋਨੋਂ A ਅਤੇ B। ਆਪਸ਼ਨ D ਹੈ ਕੋਈ ਵੀ ਨਹੀਂ। ਤੁਸੀਂ ਆਪਣੇ ਕੁਐਸਚਨ ਨੋਟ ਕਰਨੇ ਆ ਕਿ ਕਿੰਨੇ ਤੁਹਾਡੇ ਸਹੀ ਗਏ ਆ। ਐਂਡ ਤੇ ਦੱਸ ਦਿਓ ਕਿ ਕਿੰਨੇ ਤੁਹਾਡੇ ਟੋਟਲ ਦੇ ਵਿੱਚੋਂ ਕਿੰਨੇ ਤੁਹਾਡੇ ਸਹੀ ਆ। B ਆ ਰਿਹਾ ਮੋਸਟਲੀ ਸਭ ਦਾ ਆਨਸਰ। ਅਮਰਜੋਤ ਕੌਰ ਦਾ C ਆਇਆ, ਬਾਕੀ ਸਭ ਦਾ B ਆਇਆ। ਸੋ ਕਿਸੇ ਦਾ ਵੀ ਆਨਸਰ ਰਾਈਟ ਨਹੀਂ ਹੈ। ਸੋ ਇਸ ਦਾ ਰਾਈਟ ਆਨਸਰ ਹੈ ਆਪਸ਼ਨ A। ਸੰਸਦ ਦੀ ਕਾਰਵਾਈ ਦਾ ਪਹਿਲਾ ਘੰਟਾ ਪ੍ਰਸ਼ਨ ਕਾਲ, ਜਿਹਨੂੰ ਕੁਐਸਚਨ ਆਵਰ ਕਹਿੰਦੇ ਆ। ਇਹਦੀ ਟਾਈਮਿੰਗ ਕੀ ਹੈ? 11 ਤੋਂ ਲੈ ਕੇ 12 ਵਜੇ ਤੱਕ। 11 ਤੋਂ ਲੈ ਕੇ 12 ਵਜੇ ਤੱਕ ਪ੍ਰਸ਼ਨ ਕਾਲ ਕਿਹਾ ਜਾਂਦਾ ਹੈ। ਠੀਕ ਹੈ, ਨੈਕਸਟ ਕੁਐਸਚਨ ਹੈ, ਪ੍ਰਸ਼ਨ ਕਾਲ ਵਿੱਚ ਪੁੱਛੇ ਜਾਣ ਵਾਲੇ ਸਵਾਲ ਕਿੰਨੀ ਪ੍ਰਕਾਰ ਦੇ ਹੁੰਦੇ ਹਨ? ਮੈਂ ਰਿਪੀਟ ਕਰ ਰਿਹਾ, ਜੋ ਕੁਐਸਚਨ ਆਵਰ ਹੈ ਉਹਦੇ ਵਿੱਚ ਪੁੱਛੇ ਜਾਣ ਵਾਲੇ ਸਵਾਲ ਕਿੰਨੇ ਪ੍ਰਕਾਰ ਦੇ ਹੁੰਦੇ ਹਨ? ਆਪਸ਼ਨ A ਹੈ 4, ਆਪਸ਼ਨ B ਹੈ 3, ਆਪਸ਼ਨ C ਹੈ 2, ਆਪਸ਼ਨ D ਹੈ ਅਣਗਿਣਤ। ਮੇਰੇ ਆਨਸਰ ਕਰਨ ਤੋਂ ਬਾਅਦ ਤੁਹਾਡਾ ਆਨਸਰ ਵੈਲਿਊ ਨਹੀਂ ਕਰਦਾ। ਅਗਰ ਤੁਸੀਂ ਪਹਿਲਾਂ ਆਨਸਰ ਦਿੰਦੇ ਹੋ ਤਾਂ ਸਹੀ ਹੈ, ਤੁਹਾਡੇ ਕੋਲ 10 ਸੈਕਿੰਡ ਹੁੰਦੇ ਆ। ਸੋ ਇਸ ਦਾ ਰਾਈਟ ਆਨਸਰ ਆਪਸ਼ਨ B ਹੈ। ਪ੍ਰਸ਼ਨ ਕਾਲ ਵਿੱਚ ਪੁੱਛੇ ਜਾਣ ਵਾਲੇ ਪ੍ਰਸ਼ਨਾਂ ਦੇ 3 ਪ੍ਰਕਾਰ ਹੁੰਦੇ ਆ। ਪਹਿਲਾ ਹੈ ਤਾਰਾਂਕਿਕ। ਠੀਕ ਹੈ, ਪਹਿਲਾ ਤਾਰਾਂਕਿਕ ਪ੍ਰਸ਼ਨ। ਤਾਰਾਂਕਿਕ ਪ੍ਰਸ਼ਨ ਵਿੱਚ ਕੀ ਹੁੰਦਾ ਹੈ ਕਿ ਇਹਨਾਂ ਪ੍ਰਸ਼ਨਾਂ ਦੇ ਉੱਤਰ ਜੋ ਆ ਉਹ ਮੌਖਿਕ ਰੂਪ ਵਿੱਚ ਦਿੱਤੇ ਜਾਂਦੇ ਆ। ਜਿਵੇਂ ਮੈਂ ਤੁਹਾਡੇ ਤੋਂ ਪ੍ਰਸ਼ਨ ਪੁੱਛ ਰਿਹਾ ਤਾਂ ਤੁਸੀਂ ਮੌਖਿਕ ਰੂਪ ਦੇ ਵਿੱਚ ਮਤਲਬ ਬੋਲ ਕੇ ਉਸ ਦਾ ਆਨਸਰ ਕਰ ਰਹੇ ਹੋ। ਦੂਸਰੀ ਟਾਈਪ ਹੈ ਅਤਾਰਾਂਕਿਕ, ਅੱਗੇ ਐੜਾ ਲੱਗ ਜਾਂਦਾ ਹੈ। ਇਸ ਵਿੱਚ ਕੀ ਹੁੰਦਾ ਹੈ ਕਿ ਕੋਈ ਵੀ ਪ੍ਰਸ਼ਨ ਦਾ ਜੋ ਉੱਤਰ ਦਿੱਤਾ ਜਾਂਦਾ ਹੈ ਉਹ ਲਿਖਿਤ ਰਿਪੋਰਟ ਦੇ ਵਿੱਚ ਦਿੱਤਾ ਜਾਂਦਾ ਹੈ। ਠੀਕ ਹੈ, ਮਤਲਬ ਇਸ ਤੋਂ ਬਾਅਦ ਪੂਰਕ ਪ੍ਰਸ਼ਨ ਨਹੀਂ ਪੁੱਛਿਆ ਜਾ ਸਕਦਾ। ਤੀਸਰੀ ਟਾਈਪ ਹੈ ਅਲਪ ਸੂਚਨਾ ਵਾਲੇ ਪ੍ਰਸ਼ਨ। ਅਲਪ ਸੂਚਨਾ ਵਾਲੇ ਪ੍ਰਸ਼ਨ, ਅਲਪ ਸੂਚਨਾ ਵਾਲੇ ਪ੍ਰਸ਼ਨ ਲਈ ਕੀ ਹੁੰਦਾ ਹੈ ਕਿ 10 ਦਿਨ ਪਹਿਲਾਂ ਨੋਟਿਸ ਦਿੱਤਾ ਜਾਂਦਾ ਹੈ, ਉਸ ਤੋਂ ਬਾਅਦ ਹੀ ਪ੍ਰਸ਼ਨ ਪੁੱਛਿਆ ਜਾਂਦਾ ਹੈ ਅਲਪ ਸੂਚਨਾ ਵਾਲਾ। ਠੀਕ ਹੈ, ਔਰ ਇਸ ਦਾ ਉੱਤਰ ਵੀ ਮੌਖਿਕ ਹੁੰਦਾ ਹੈ। ਸਿਰਫ ਅਤਰਾਂਕਿਕ ਪ੍ਰਸ਼ਨ ਜੋ ਹੁੰਦਾ ਹੈ ਉਸ ਦਾ ਉੱਤਰ ਜੋ ਹੈ ਉਹ ਲਿਖਿਤ ਰੂਪ ਵਿੱਚ ਹੁੰਦਾ ਹੈ। ਨੈਕਸਟ ਕੁਐਸਚਨ ਹੈ, ਪ੍ਰਸ਼ਨ ਕਾਲ ਦੇ ਤੁਰੰਤ ਬਾਅਦ ਕੀ ਸ਼ੁਰੂ ਹੁੰਦਾ ਹੈ? ਆਪਸ਼ਨ A ਹੈ ਪ੍ਰਸਤਾਵ, ਆਪਸ਼ਨ B ਹੈ ਲੰਚ, ਆਪਸ਼ਨ C ਹੈ ਸਿਫਰ ਕਾਲ, ਆਪਸ਼ਨ D ਹੈ ਚਰਚਾ। ਜੋ ਵੀ ਡਾਊਟ ਹੋਣਗੇ ਉਹ ਤੁਸੀਂ ਨੋਟ ਕਰ ਲੈਣਾ, ਐਂਡ ਤੇ ਹੀ ਦੱਸੇ ਜਾਣਗੇ ਡਾਊਟ। D ਆ ਰਿਹਾ ਮੋਸਟਲੀ, F ਰੇਨੂ F, ਓਕੇ D ਔਰ C ਆ ਰਿਹਾ। ਪ੍ਰਸ਼ਨ ਕਾਲ ਤੋਂ ਬਾਅਦ ਕੀ ਸ਼ੁਰੂ ਹੁੰਦਾ ਹੈ? 0 ਆਵਰ, ਜਿਹਨੂੰ ਸਿਫਰ ਕਾਲ ਕਿਹਾ ਜਾਂਦਾ ਹੈ। ਇੰਗਲਿਸ਼ ਵਿੱਚ ਇਹਨੂੰ 0 ਆਵਰ ਕਹਿੰਦੇ ਆ। ਠੀਕ ਹੈ, ਇਸ ਦੀ ਟਾਈਮਿੰਗ ਕੀ ਹੁੰਦੀ ਹੈ? 12 ਤੋਂ ਲੈ ਕੇ 1 PM ਤੱਕ। ਜੋ ਪ੍ਰਸ਼ਨ ਕਾਲ ਹੈ ਉਹ 11 ਤੋਂ 12 ਤੱਕ ਚੱਲਦਾ ਹੈ, ਔਰ ਜਿਹੜਾ 0 ਆਵਰ ਹੈ ਉਹ 12 ਤੋਂ ਲੈ ਕੇ 1 ਵਜੇ ਤੱਕ ਚੱਲਦਾ ਹੈ। ਓਕੇ, ਸੋ ਇਸ ਦਾ ਰਾਈਟ ਆਨਸਰ ਆਪਸ਼ਨ C ਹੈ। ਨੈਕਸਟ ਕੁਐਸਚਨ ਹੈ, ਲੋਕ ਮਹੱਤਵ ਦੇ ਕਿਸੇ ਵੀ ਮਾਮਲੇ ਉੱਪਰ ਬਹਿਸ ਲਈ ਕਿਸ ਦੀ ਆਗਿਆ ਜ਼ਰੂਰੀ ਹੈ? ਆਪਸ਼ਨ A ਹੈ ਪ੍ਰਧਾਨ ਮੰਤਰੀ, ਆਪਸ਼ਨ B ਹੈ ਰਾਸ਼ਟਰਪਤੀ,
ਆਪਸ਼ਨ ਸੀ ਹੈ ਪੀਠਾਸੀਨ ਅਧਿਕਾਰੀ, ਆਪਸ਼ਨ ਡੀ ਹੈ ਸੁਪਰੀਮ ਕੋਰਟ। ਅਗਰ ਪਾਰਲੀਮੈਂਟ ਦੇ ਵਿੱਚ ਤੁਸੀਂ ਕੋਈ ਵੀ ਲੋਕ ਮਹੱਤਵ ਦੇ ਵਿਸ਼ੇ ਨੂੰ ਚੁੱਕਣਾ ਹੈ ਤਾਂ ਕਿਸ ਦੀ ਸਹਿਮਤੀ ਜ਼ਰੂਰੀ ਹੋਏਗੀ, ਮਤਲਬ ਕਿਸ ਦੀ ਆਗਿਆ ਲੈਣੀ ਜ਼ਰੂਰੀ ਹੈ। ਸੀ ਆ ਰਿਹਾ ਮੋਸਟਲੀ ਸਭ ਦਾ ਆਨਸਰ। ਸੋ ਇਸ ਦਾ ਰਾਈਟ ਆਨਸਰ ਆਪਸ਼ਨ ਸੀ ਹੈ ਪੀਠਾਸੀਨ ਅਧਿਕਾਰੀ ਦੀ। ਅਗਰ ਤੁਸੀਂ ਲੋਕ ਸਭਾ ਵਿੱਚ ਕਿਸੇ ਲੋਕ ਮਹੱਤਵ ਦੇ ਵਿਸ਼ੇ ਨੂੰ ਚੁੱਕਣਾ ਹੈ ਤਾਂ ਤੁਹਾਨੂੰ ਲੋਕ ਸਭਾ ਦੇ ਸਪੀਕਰ ਦੀ ਆਗਿਆ ਲੈਣੀ ਪਏਗੀ, ਔਰ ਅਗਰ ਤੁਸੀਂ ਰਾਜ ਸਭਾ ਦੇ ਵਿੱਚ ਲੋਕ ਮਹੱਤਵ ਦੇ ਵਿਸ਼ੇ ਨੂੰ ਚੱਕਣਾ ਹੈ ਤਾਂ ਰਾਜ ਸਭਾ ਦੇ ਸਭਾਪਤੀ ਦੀ ਆਗਿਆ ਲੈਣੀ ਪਏਗੀ। ਲੋਕ ਸਭਾ ਦੇ ਵਿੱਚ ਸਪੀਕਰ ਦੀ ਔਰ ਰਾਜ ਸਭਾ ਦੇ ਵਿੱਚ ਸਭਾਪਤੀ ਦੀ, ਕਿਉਂਕਿ ਉਹ ਚੇਅਰਪਰਸਨ ਹੈ। ਨੈਕਸਟ ਕੁਐਸਚਨ ਹੈ, ਸੰਸਦ ਵਿੱਚ ਚਰਚਾ ਲਈ ਲਿਆਏ ਗਏ ਪ੍ਰਸਤਾਵ ਦੀਆਂ ਮੁੱਖ ਸ਼੍ਰੇਣੀਆਂ ਹੁੰਦੀਆਂ ਹਨ। ਆਪਸ਼ਨ ਏ ਹੈ 4, ਆਪਸ਼ਨ ਬੀ ਹੈ 3, ਆਪਸ਼ਨ ਸੀ ਹੈ 2, ਆਪਸ਼ਨ ਡੀ ਹੈ ਬਹੁਤ ਸਾਰੇ। ਡੀ ਆ ਰਿਹਾ ਆਨਸਰ ਔਰ ਬੀ ਆ ਰਿਹਾ, ਸੀ ਵੀ ਆ ਰਿਹਾ ਆਨਸਰ। ਸੋ ਇਸ ਦਾ ਰਾਈਟ ਆਨਸਰ ਆਪਸ਼ਨ ਬੀ ਹੈ। ਸੰਸਦ ਦੇ ਵਿੱਚ ਚਰਚਾ ਲਈ ਲਿਆਏ ਗਏ ਪ੍ਰਸਤਾਵਾਂ ਦੀ ਮੁੱਖ ਸ਼੍ਰੇਣੀਆਂ ਜੋ ਹੁੰਦੀਆਂ ਉਹ 3 ਹੁੰਦੀਆਂ। ਪਹਿਲੀ ਸ਼੍ਰੇਣੀ ਹੈ ਮਹੱਤਵਪੂਰਨ ਪ੍ਰਸਤਾਵ ਦੀ। ਉਹਦੇ ਵਿੱਚ ਕੀ ਹੁੰਦਾ ਹੈ ਕਿ ਇਸ ਦੇ ਵਿੱਚ ਕੀ ਹੁੰਦਾ ਹੈ, ਰਾਸ਼ਟਰਪਤੀ, ਇਲੈਕਸ਼ਨ ਕਮਿਸ਼ਨ ਆਫ ਇੰਡੀਆ ਔਰ ਚੀਫ ਜਸਟਿਸ ਆਫ ਇੰਡੀਆ, ਇਹਨਾਂ ਨੂੰ ਹਟਾਉਣ ਲਈ ਪ੍ਰਸਤਾਵ ਪੇਸ਼ ਕੀਤਾ ਜਾਂਦਾ ਹੈ। ਦੂਸਰਾ ਹੈ ਸਥਾਪਨ ਪ੍ਰਸਤਾਵ। ਸਥਾਪਨ ਪ੍ਰਸਤਾਵ ਉਹ ਹੁੰਦੇ ਆ ਜੋ ਮੂਲ ਪ੍ਰਸਤਾਵ ਦੀ ਜਗ੍ਹਾ ਲੈਂਦੇ ਆ। ਤੀਸਰੀ ਟਾਈਪ ਹੈ ਪੂਰਕ ਪ੍ਰਸਤਾਵ। ਪੂਰਕ ਪ੍ਰਸਤਾਵ ਵਿੱਚ ਕੀ ਹੁੰਦਾ ਹੈ, ਇਸ ਪ੍ਰਸਤਾਵ ਦਾ ਖੁਦ ਵਿੱਚ ਕੋਈ ਅਰਥ ਨਹੀਂ ਹੁੰਦਾ, ਲੇਕਿਨ ਇਹ ਮੂਲ ਪ੍ਰਸਤਾਵ ਦੀ ਜਗ੍ਹਾ ਲੈ ਲੇ ਤਾਂ ਇਹ ਮਹੱਤਵਪੂਰਨ ਪ੍ਰਸਤਾਵ ਬਣ ਜਾਂਦਾ ਹੈ। ਓਕੇ, ਨੈਕਸਟ ਕੁਐਸਚਨ ਹੈ, ਕਿਹੜਾ ਪ੍ਰਸਤਾਵ ਪੂਰੀ ਮੰਤਰੀ ਪਰਿਸ਼ਦ ਨੂੰ ਹਟਾਉਣ ਲਈ ਲਿਆਇਆ ਜਾ ਸਕਦਾ ਹੈ। ਆਪਸ਼ਨ ਏ ਹੈ ਨਿੰਦਾ ਪ੍ਰਸਤਾਵ, ਆਪਸ਼ਨ ਬੀ ਹੈ ਅਵਿਸ਼ਵਾਸ ਪ੍ਰਸਤਾਵ, ਆਪਸ਼ਨ ਸੀ ਹੈ ਕਟੌਤੀ ਪ੍ਰਸਤਾਵ, ਆਪਸ਼ਨ ਡੀ ਹੈ ਵਿਸ਼ੇਸ਼ ਅਧਿਕਾਰ ਪ੍ਰਸਤਾਵ। ਮੈਂ ਰਿਪੀਟ ਕਰ ਰਿਹਾ, ਕਿਹੜਾ ਪ੍ਰਸਤਾਵ ਪੂਰੀ ਮੰਤਰੀ ਪਰਿਸ਼ਦ ਨੂੰ ਹਟਾਉਣ ਲਈ ਲਿਆਇਆ ਜਾ ਸਕਦਾ ਹੈ। ਆਪਸ਼ਨ ਤੁਹਾਡੇ ਸਾਹਮਣੇ ਆ, ਬੀ ਔਰ ਡੀ ਆ ਰਿਹਾ ਆਨਸਰ। ਬੀ ਔਰ ਡੀ ਹੀ ਆ ਰਿਹਾ ਆਨਸਰ। ਸੋ ਇਸ ਦਾ ਰਾਈਟ ਆਨਸਰ ਆਪਸ਼ਨ ਬੀ ਹੈ। ਅਵਿਸ਼ਵਾਸ ਪ੍ਰਸਤਾਵ ਜੋ ਹੈ ਉਹ ਪੂਰੀ ਮੰਤਰੀ ਪਰਿਸ਼ਦ ਨੂੰ ਹਟਾਉਣ ਲਈ ਲਿਆਇਆ ਜਾ ਸਕਦਾ ਹੈ। ਸੋ ਇਸ ਦਾ ਰਾਈਟ ਆਨਸਰ ਆਪਸ਼ਨ ਬੀ। ਨੈਕਸਟ ਕੁਐਸਚਨ ਹੈ, ਕਿਹੜਾ ਪ੍ਰਸਤਾਵ ਮੰਤਰੀ ਪਰਿਸ਼ਦ ਦੀਆਂ ਕੁਝ ਨੀਤੀਆਂ ਮਤਲਬ ਕੰਮਾਂ ਦੇ ਖਿਲਾਫ ਨਿੰਦਾ ਲਈ ਲਿਆਇਆ ਜਾ ਸਕਦਾ ਹੈ। ਆਪਸ਼ਨ ਏ ਹੈ ਸਥਗਨ ਪ੍ਰਸਤਾਵ, ਆਪਸ਼ਨ ਬੀ ਹੈ ਨਿੰਦਾ ਪ੍ਰਸਤਾਵ, ਆਪਸ਼ਨ ਸੀ ਹੈ ਅਵਿਸ਼ਵਾਸ ਪ੍ਰਸਤਾਵ, ਆਪਸ਼ਨ ਡੀ ਹੈ ਧੰਨਵਾਦ ਪ੍ਰਸਤਾਵ। ਬੀ ਔਰ ਸੀ ਆ ਰਿਹਾ। ਸੋ ਇਸ ਦਾ ਰਾਈਟ ਆਨਸਰ ਹੈ ਆਪਸ਼ਨ ਬੀ ਨਿੰਦਾ ਪ੍ਰਸਤਾਵ। ਕੁਐਸਚਨ ਦੇ ਵਿੱਚ ਹੀ ਨਿੰਦਾ ਆ ਰਿਹਾ ਤਾਂ ਤੁਹਾਨੂੰ ਆਈਡੀਆ ਲੱਗ ਜਾਣਾ ਚਾਹੀਦਾ ਸੀ ਕਿ ਮੰਤਰੀ ਪਰਿਸ਼ਦ ਦੀਆਂ ਕੁਝ ਨੀਤੀਆਂ ਦੇ ਕੰਮਾਂ ਖਿਲਾਫ ਜਦੋਂ ਨਿੰਦਾ ਕੀਤੀ ਜਾਂਦੀ ਹੈ ਤਾਂ ਨਿੰਦਾ ਪ੍ਰਸਤਾਵ ਲਿਆਇਆ ਜਾਂਦਾ ਹੈ। ਇਹ ਕਿਸੇ ਵੀ ਇੱਕ ਮੰਤਰੀ ਜਾਂ ਮੰਤਰੀਆਂ ਦੇ ਸਮੂਹ ਜਾਂ ਪੂਰੀ ਮੰਤਰੀ ਪਰਿਸ਼ਦ ਲਈ ਹੋ ਸਕਦਾ ਹੈ ਨਿੰਦਾ ਪ੍ਰਸਤਾਵ, ਲੇਕਿਨ ਜੋ ਅਵਿਸ਼ਵਾਸ ਪ੍ਰਸਤਾਵ ਹੈ ਉਹ ਪੂਰੀ ਮੰਤਰੀ ਪਰਿਸ਼ਦ ਲਈ ਹੁੰਦਾ ਹੈ। ਓਕੇ, ਇਹਦੇ ਵਿੱਚ ਕਨਫਿਊਜ਼ ਨਾ ਹੋਇਓ। ਨੈਕਸਟ ਕੁਐਸਚਨ ਹੈ, ਕਿਹੜਾ ਪ੍ਰਸਤਾਵ ਕਿਸੇ ਮੈਂਬਰ ਦੁਆਰਾ ਵਾਦ ਵਿਵਾਦ ਖਤਮ ਕਰਨ ਲਈ ਲਿਆਇਆ ਜਾ ਸਕਦਾ ਹੈ। ਆਪਸ਼ਨ ਏ ਹੈ ਧਿਆਨ ਆਕਰਸ਼ਣ ਪ੍ਰਸਤਾਵ, ਆਪਸ਼ਨ ਬੀ ਹੈ ਸਥਗਨ ਪ੍ਰਸਤਾਵ, ਆਪਸ਼ਨ ਸੀ ਹੈ ਕਟੌਤੀ ਪ੍ਰਸਤਾਵ, ਆਪਸ਼ਨ ਡੀ ਹੈ ਨਿੰਦਾ ਪ੍ਰਸਤਾਵ। ਜੇਕਰ ਸਦਨ ਵਿੱਚ ਫਾਲਤੂ ਦਾ ਹੀ ਕੋਈ ਵਿਵਾਦ ਚੱਲ ਰਿਹਾ ਜਾਂ ਕਿਸੇ ਮੁੱਦੇ ਤੇ ਵਿਵਾਦ ਚੱਲ ਰਿਹਾ ਹੈ ਤਾਂ ਉਸ ਨੂੰ ਖਤਮ ਕਰਨ ਲਈ ਕਿਹੜਾ ਪ੍ਰਸਤਾਵ ਲਿਆਇਆ ਜਾਂਦਾ ਹੈ। ਬੀ ਆ ਰਿਹਾ ਔਰ ਏ ਆ ਰਿਹਾ, ਮੋਸਟਲੀ ਕਿੱਟੂ ਦਾ ਸੀ ਆਇਆ। ਸੋ ਇਸ ਦਾ ਰਾਈਟ ਆਨਸਰ ਆਪਸ਼ਨ ਸੀ ਹੈ। ਕਟੌਤੀ ਪ੍ਰਸਤਾਵ ਜੋ ਹੈ ਉਹ ਕਿਸੇ ਵੀ ਵਿਵਾਦ ਨੂੰ ਖਤਮ ਕਰਨ ਲਈ ਲਿਆਇਆ ਜਾ ਸਕਦਾ ਹੈ। ਇਹ ਪ੍ਰਸਤਾਵ ਜਦੋਂ ਸਵੀਕਾਰ ਹੋ ਜਾਂਦਾ ਹੈ ਤਾਂ ਕੀ ਹੁੰਦਾ ਹੈ ਕਿ ਵਾਦ ਵਿਵਾਦ ਤੇ ਰੋਕ ਲੱਗ ਜਾਂਦੀ ਹੈ।
ਔਰ VOTING ਕਰਵਾਈ ਜਾਂਦੀ ਹੈ ਇਸ ਤੋਂ ਬਾਅਦ। ਨੈਕਸਟ ਕੁਐਸਚਨ ਹੈ, ਕਟੌਤੀ ਪ੍ਰਸਤਾਵ ਆਮ ਤੌਰ ਤੇ ਕਿੰਨੇ ਪ੍ਰਕਾਰ ਦੇ ਹੁੰਦੇ ਹਨ? ਆਪਸ਼ਨ ਏ ਹੈ 5, ਆਪਸ਼ਨ ਬੀ ਹੈ 3, ਆਪਸ਼ਨ ਸੀ ਹੈ 4, ਆਪਸ਼ਨ ਡੀ ਹੈ 2। ਪ੍ਰੇਰਨਾ ਦਾ 2 ਆਇਆ, ਬੀ ਔਰ ਡੀ ਆ ਰਿਹਾ ਆਂਸਰ। ਰੇਨੂ ਦਾ 3 ਆਇਆ। ਸੋ ਇਸ ਦਾ ਰਾਈਟ ਆਂਸਰ ਆਪਸ਼ਨ ਸੀ। ਕਟੌਤੀ ਪ੍ਰਸਤਾਵ ਜੋ ਆ ਉਹ 4 ਟਾਈਪ ਦੇ ਹੁੰਦੇ ਆ। ਪਹਿਲੀ ਹੈ ਸਾਧਾਰਨ ਕਟੌਤੀ, ਦੂਸਰੀ ਹੈ ਘਟਕਾਂ ਵਿੱਚ ਕਟੌਤੀ, ਤੀਸਰੀ ਹੈ ਕੰਗਾਰੂ ਕਟੌਤੀ ਔਰ ਚੌਥੀ ਹੈ ਗਲੋਟਿਨ ਕਟੌਤੀ। ਇਹ 4 ਟਾਈਪ ਨੇ। ਪਹਿਲੀ ਹੈ ਸਾਧਾਰਨ ਕਟੌਤੀ, ਦੂਸਰੀ ਹੈ ਘਟਕਾਂ ਵਿੱਚ ਕਟੌਤੀ, ਤੀਸਰੀ ਹੈ ਕੰਗਾਰੂ ਕਟੌਤੀ, ਚੌਥੀ ਹੈ ਗਲੋਟਿਨ ਕਟੌਤੀ। ਨੈਕਸਟ ਕੁਐਸਚਨ ਹੈ, ਕਿਹੜੇ ਕਟੌਤੀ ਪ੍ਰਸਤਾਵ ਵਿੱਚ ਸਿਰਫ ਅਹਿਮ ਖੰਡਾਂ ਤੇ ਬਹਿਸ ਹੁੰਦੀ ਹੈ ਤੇ ਬਾਕੀ ਖੰਡ ਛੱਡ ਦਿੱਤੇ ਜਾਂਦੇ ਹਨ? ਆਪਸ਼ਨ ਏ ਹੈ ਸਧਾਰਨ ਕਟੌਤੀ, ਆਪਸ਼ਨ ਬੀ ਹੈ ਘਟਕਾਂ ਵਿੱਚ ਕਟੌਤੀ, ਆਪਸ਼ਨ ਸੀ ਹੈ ਕੰਗਾਰੂ ਕਟੌਤੀ, ਆਪਸ਼ਨ ਡੀ ਹੈ ਗਲੋਟਿਨ ਕਟੌਤੀ। ਆਹ 4 ਟਾਈਪ ਨੇ ਕਟੌਤੀ ਦੀਆਂ, ਕਟੌਤੀ ਪ੍ਰਸਤਾਵਾਂ ਦੀਆਂ। ਔਰ ਕੁਐਸਚਨ ਜੋ ਹੈ ਉਹ ਕਿਹੜੇ ਕਟੌਤੀ ਪ੍ਰਸਤਾਵ ਵਿੱਚ ਹੈ ਕਿ ਸਿਰਫ ਅਹਿਮ ਖੰਡਾਂ ਤੇ ਬਹਿਸ ਹੁੰਦੀ ਹੈ ਤੇ ਬਾਕੀ ਖੰਡ ਜੋ ਆ ਉਹ ਛੱਡ ਦਿੱਤੇ ਜਾਂਦੇ ਆ। ਡੀ ਔਰ ਸੀ ਆ ਰਿਹਾ ਆਂਸਰ। ਸਰ ਪਲੀਜ਼ ਮੈਨੂੰ ਪੰਜਾਬੀ ਚ ਸਮਝ ਨਹੀਂ ਆ ਰਿਹਾ। ਸੋ ਇਸ ਦਾ ਆਂਸਰ ਜੋ ਹੈ ਆਪਸ਼ਨ ਸੀ ਹੈ। ਕੰਗਾਰੂ ਕਟੌਤੀ ਦੇ ਵਿੱਚ ਅਹਿਮ ਖੰਡਾਂ ਤੇ ਬਹਿਸ ਹੁੰਦੀ ਹੈ, ਬਾਕੀ ਖੰਡ ਜੋ ਆ ਉਹ ਛੱਡ ਦਿੱਤੇ ਜਾਂਦੇ ਆ। ਨੈਕਸਟ ਕੁਐਸਚਨ ਹੈ, ਕਿਹੜੇ ਪ੍ਰਸਤਾਵ ਦਾ ਸੰਸਦ ਵਿੱਚ ਪਾਸ ਹੋਣਾ ਜ਼ਰੂਰੀ ਹੈ? ਆਪਸ਼ਨ ਏ ਹੈ ਸਥਗਨ ਪ੍ਰਸਤਾਵ, ਆਪਸ਼ਨ ਬੀ ਹੈ ਨਿੰਦਾ ਪ੍ਰਸਤਾਵ, ਆਪਸ਼ਨ ਸੀ ਹੈ ਕਟੌਤੀ ਪ੍ਰਸਤਾਵ, ਆਪਸ਼ਨ ਡੀ ਹੈ ਧੰਨਵਾਦ ਪ੍ਰਸਤਾਵ। ਡੀ ਆਇਆ ਮਿਸਟਰ ਸਿੰਘ ਦਾ ਔਰ ਬਾਕੀ ਸੀ ਆ ਰਿਹਾ ਕਰਮਜੀਤ ਕੌਰ ਦਾ ਬੀ। ਕਿਹੜੇ ਪ੍ਰਸਤਾਵ ਦਾ ਸੰਸਦ ਵਿੱਚ ਪਾਸ ਹੋਣਾ ਜ਼ਰੂਰੀ ਹੈ? ਇਸ ਦਾ ਰਾਈਟ ਆਂਸਰ ਆਪਸ਼ਨ ਡੀ ਹੈ। ਧੰਨਵਾਦ ਪ੍ਰਸਤਾਵ ਦਾ ਸੰਸਦ ਵਿੱਚ ਪਾਸ ਹੋਣਾ ਜ਼ਰੂਰੀ ਹੈ। ਜੇਕਰ ਇਹ ਪ੍ਰਸਤਾਵ ਪਾਸ ਨਹੀਂ ਹੁੰਦਾ ਸੰਸਦ ਵਿੱਚ ਤਾਂ ਸਰਕਾਰ ਦੀ ਹਾਰ ਮੰਨੀ ਜਾਂਦੀ ਹੈ। ਇਹ ਪ੍ਰਸਤਾਵ ਕਦੋਂ? ਹਰੇਕ ਸਾਲ ਵਿੱਚ ਵਿੱਤ ਵਰਸ਼ ਦੀ ਸ਼ੁਰੂਆਤ ਸਮੇਂ ਔਰ ਆਮ ਚੁਣਾਵ ਤੋਂ ਬਾਅਦ ਰਾਸ਼ਟਰਪਤੀ ਵੱਲੋਂ ਦਿੱਤਾ ਜਾਂਦਾ ਹੈ। ਠੀਕ ਹੈ, ਧੰਨਵਾਦ ਪ੍ਰਸਤਾਵ ਜੋ ਹੈ ਉਹ ਰਾਸ਼ਟਰਪਤੀ ਵੱਲੋਂ ਦਿੱਤੇ ਗਏ ਭਾਸ਼ਣ ਦੇ ਦੌਰਾਨ ਉਸ ਤੋਂ ਬਾਅਦ ਜੋ ਹੈ ਉਸ ਨੂੰ ਪਾਸ ਹੋਣਾ ਜ਼ਰੂਰੀ ਹੈ। ਨੈਕਸਟ ਕੁਐਸਚਨ ਹੈ, ਬਿੱਲ ਕਿੰਨੀ ਪ੍ਰਕਾਰ ਦੇ ਹੁੰਦੇ ਹਨ? ਆਪਸ਼ਨ ਏ ਹੈ 2, ਆਪਸ਼ਨ ਸੀ ਬੀ ਹੈ 4, ਆਪਸ਼ਨ ਸੀ ਹੈ 3, ਆਪਸ਼ਨ ਡੀ ਹੈ ਅਣਗਿਣਤ। ਜੋ ਸੰਸਦ ਵਿੱਚ ਬਿੱਲ ਜਾਂਦੇ ਆ ਉਹ ਕਿੰਨੀ ਪ੍ਰਕਾਰ ਦੇ ਹੁੰਦੇ ਆ? ਸੁਨੈਣਾ ਕੰਬੋਜ ਦਾ 3, ਪ੍ਰਭਦੀਪ ਕੌਰ ਦਾ ਡੀ ਆਇਆ ਔਰ ਪ੍ਰੇਰਨਾ ਦਾ ਸੀ। ਸੋ ਇਸ ਦਾ ਰਾਈਟ ਆਂਸਰ ਆਪਸ਼ਨ ਬੀ ਹੈ। ਬਿੱਲ ਜੋ ਆ ਉਹ 2 ਪ੍ਰਕਾਰ ਦੇ ਹੁੰਦੇ ਆ। ਫਰਸਟ ਹੈ ਸਰਕਾਰੀ ਬਿੱਲ, ਦੂਸਰਾ ਹੈ ਗੈਰ ਸਰਕਾਰੀ ਬਿੱਲ। ਸਰਕਾਰੀ ਬਿੱਲ ਜੋ ਹੈ ਉਹ ਮੰਤਰੀ ਦੁਆਰਾ ਸੰਸਦ ਵਿੱਚ ਲਿਆਇਆ ਜਾਂਦਾ ਹੈ ਔਰ ਗੈਰ ਸਰਕਾਰੀ ਬਿੱਲ ਜੋ ਹੈ ਉਹ ਕਿਸੇ ਵੀ ਮੈਂਬਰ ਦੁਆਰਾ, ਜੋ ਮੰਤਰੀ ਨਹੀਂ ਹੈ, ਕੋਈ ਵੀ ਮੈਂਬਰ ਪੇਸ਼ ਕਰ ਸਕਦਾ ਹੈ ਸੰਸਦ ਵਿੱਚ। ਇਹ 2 ਟਾਈਪ ਆ ਬਿੱਲ ਦੀਆਂ। ਉਹ ਚੀਜ਼ ਹੋਰ ਆ ਧਨ ਬਿੱਲ ਵਗੈਰਾ, ਉਹ ਇਹਦੇ ਵਿੱਚ ਆਏਗਾ। ਉਹ ਸੰਸਦ ਵਿੱਚ ਪੇਸ਼ ਬਿੱਲ ਹੁੰਦੇ ਆ। ਸੰਸਦ ਵਿੱਚ ਪ੍ਰਸਤੁਤ ਬਿੱਲ ਕਿੰਨੇ ਪ੍ਰਕਾਰ ਦੇ ਹੁੰਦੇ ਹਨ? ਆਪਸ਼ਨ ਏ ਹੈ 2, ਆਪਸ਼ਨ ਬੀ ਹੈ 4, ਆਪਸ਼ਨ ਸੀ ਹੈ 5, ਆਪਸ਼ਨ ਡੀ ਹੈ 10। ਸੰਸਦ ਵਿੱਚ ਪੇਸ਼ ਬਿੱਲ ਹੋਰ ਚੀਜ਼ ਹੈ ਔਰ ਬਿੱਲ ਟਾਈਪ ਹੋਰ ਚੀਜ਼ ਹੈ। ਬੀ ਆ ਰਿਹਾ ਇਸ ਦਾ ਆਂਸਰ। ਸੋ ਇਸ ਦਾ ਆਂਸਰ ਜੋ ਹੈ ਆਪਸ਼ਨ ਬੀ ਹੈ। ਸੰਸਦ ਵਿੱਚ ਪ੍ਰਸਤੁਤ ਬਿੱਲ ਜੋ ਆ ਉਹ 4 ਟਾਈਪ ਦੇ ਹੁੰਦੇ ਆ। ਫਰਸਟ ਹੈ ਸਧਾਰਨ ਬਿੱਲ, ਦੂਸਰਾ ਹੈ ਧਨ ਬਿੱਲ, ਤੀਸਰਾ ਹੈ ਵਿੱਤੀ ਬਿੱਲ, ਚੌਥਾ ਹੈ ਸੰਵਿਧਾਨ ਸੋਧ ਬਿੱਲ, ਜਿਹਨੂੰ ਕਨਸਟੀਟਿਊਸ਼ਨਲ ਅਮੈਂਡਮੈਂਟ ਐਕਟ ਕਹਿੰਦੇ ਆ। ਠੀਕ ਹੈ, ਸਧਾਰਨ ਬਿੱਲ ਵਿੱਚ ਕੀ ਹੁੰਦਾ ਹੈ ਕਿ ਵਿੱਤੀ ਬਿੱਲ ਜੋ ਹੁੰਦੇ ਆ ਉਹਨਾਂ ਨੂੰ ਛੱਡ ਕੇ ਬਾਕੀ ਸਾਰੇ ਬਿੱਲ ਸਧਾਰਨ ਬਿੱਲ ਵਿੱਚ ਆ ਜਾਂਦੇ ਆ।
ਧਨ ਬਿੱਲ ਜਿਹਨੂੰ ਮਨੀ ਬਿੱਲ ਕਹਿੰਦੇ ਆ, ਉਹਦੇ ਵਿੱਚ ਜੋ ਵਿੱਤੀ ਵਿਸ਼ੇ ਹੁੰਦੇ ਆ, ਕਰ ਲਗਾਉਣਾ, ਲੋਕ ਖਰਚ ਆਦਿ, ਇਹ ਧਨ ਬਿੱਲ ਵਿੱਚ ਸ਼ਾਮਲ ਹੁੰਦੇ ਆ। ਵਿੱਤੀ ਬਿੱਲ ਵਿੱਚ ਕੀ ਹੁੰਦਾ ਹੈ? ਵਿੱਤੀ ਵਿਸ਼ਿਆਂ ਨਾਲ ਸੰਬੰਧਿਤ ਜੋ ਵੀ ਮਾਮਲੇ ਹੁੰਦੇ ਆ, ਜਿਹੜੇ ਧਨ ਬਿੱਲ ਵਿੱਚ ਨਹੀਂ ਹੁੰਦੇ, ਉਹ ਵਿੱਤੀ ਬਿੱਲ ਵਿੱਚ ਸ਼ਾਮਿਲ ਹੋ ਜਾਂਦੇ ਆ। ਫੋਰਥ ਟਾਈਪ ਹੈ ਸੰਵਿਧਾਨ ਸੋਧ ਬਿੱਲ, ਕਨਸਟੀਟਿਊਸ਼ਨਲ ਅਮੈਂਡਮੈਂਟ ਐਕਟ ਜਾਂ ਅਮੈਂਡਮੈਂਟ ਬਿੱਲ। ਠੀਕ ਹੈ, ਇਹਦੇ ਵਿੱਚ ਸੰਵਿਧਾਨ ਦੇ ਵਿੱਚ ਜੋ ਵੀ ਸੋਧ ਕਰਨੀ ਹੈ, ਕਿਸੇ ਉਪਬੰਧ ਨੂੰ ਖਤਮ ਕਰਨਾ ਹੈ ਜਾਂ ਉਸ ਨੂੰ ਵਧਾਉਣਾ ਹੈ ਜਾਂ ਉਸ ਵਿੱਚ ਪਰਿਵਰਤਨ ਕਰਨਾ ਹੈ, ਤਾਂ ਉਹ ਕਨਸਟੀਟਿਊਸ਼ਨਲ ਅਮੈਂਡਮੈਂਟ ਐਕਟ ਦੇ ਥਰੂ ਹੀ ਲਿਆਇਆ ਜਾ ਸਕਦਾ ਹੈ। ਨੈਕਸਟ ਕੁਐਸਚਨ ਹੈ ਸਧਾਰਨ ਬਿੱਲ ਸੰਸਦ ਦੇ ਕਿਸ ਸਦਨ ਵਿੱਚ ਪੇਸ਼ ਕੀਤਾ ਜਾਂਦਾ ਹੈ? ਆਪਸ਼ਨ ਏ ਹੈ ਰਾਜ ਸਭਾ, ਆਪਸ਼ਨ ਬੀ ਹੈ ਲੋਕ ਸਭਾ, ਆਪਸ਼ਨ ਸੀ ਹੈ ਕਿਸੇ ਵੀ ਸਦਨ ਵਿੱਚ, ਆਪਸ਼ਨ ਡੀ ਹੈ ਕੋਈ ਵੀ ਨਹੀਂ। ਜੋ ਨੋਰਮਲ ਬਿੱਲ ਹੈ ਉਹ ਸੰਸਦ ਵਿੱਚ ਕਿਹੜੇ ਸਦਨ ਵਿੱਚ ਪੇਸ਼ ਕੀਤਾ ਜਾਂਦਾ ਹੈ? ਆਪਸ਼ਨ ਸੀ ਆ ਰਿਹਾ ਉਹ ਆਨਸਰ, ਏ ਔਰ ਬੀ ਵੀ ਆ ਰਿਹਾ। ਸੋ ਇਸ ਦਾ ਰਾਈਟ ਆਨਸਰ ਆਪਸ਼ਨ ਸੀ ਹੈ। ਜੋ ਨੋਰਮਲ ਬਿੱਲ ਹੈ ਉਹ ਸਦਨ ਦੇ ਪਾਰਲੀਮੈਂਟ ਦੇ ਕਿਸੇ ਵੀ ਸਦਨ ਵਿੱਚ ਪੇਸ਼ ਕੀਤਾ ਜਾ ਸਕਦਾ ਹੈ, ਚਾਹੇ ਉਹ ਰਾਜ ਸਭਾ ਹੋਏ ਚਾਹੇ ਉਹ ਲੋਕ ਸਭਾ ਦੇ ਵਿੱਚ ਹੋਏ। ਸੋ ਇਸ ਦਾ ਰਾਈਟ ਆਨਸਰ ਆਪਸ਼ਨ ਸੀ ਹੈ। ਨੈਕਸਟ ਕੁਐਸਚਨ ਹੈ ਸਧਾਰਨ ਬਿੱਲ ਸੰਸਦ ਵਿੱਚ ਕੌਣ ਪੇਸ਼ ਕਰਦਾ ਹੈ? ਆਪਸ਼ਨ ਏ ਹੈ ਮੰਤਰੀ, ਆਪਸ਼ਨ ਬੀ ਹੈ ਕੋਈ ਵੀ ਸੰਸਦ ਦਾ ਮੈਂਬਰ, ਆਪਸ਼ਨ ਸੀ ਹੈ ਏ ਅਤੇ ਬੀ ਦੋਨੋਂ, ਆਪਸ਼ਨ ਡੀ ਹੈ ਪ੍ਰਧਾਨ ਮੰਤਰੀ। ਜੋ ਨੋਰਮਲ ਬਿੱਲ ਹੈ ਉਹ ਪਾਰਲੀਮੈਂਟ ਵਿੱਚ ਕੌਣ ਪੇਸ਼ ਕਰਦਾ ਹੈ? ਸੀ ਔਰ ਬੀ ਆ ਰਿਹਾ ਆਨਸਰ। ਸੋ ਇਸ ਦਾ ਰਾਈਟ ਆਨਸਰ ਆਪਸ਼ਨ ਸੀ ਹੈ। ਜੋ ਨੋਰਮਲ ਬਿੱਲ ਹੈ ਉਹ ਮੰਤਰੀ ਵੀ ਪੇਸ਼ ਕਰ ਸਕਦਾ ਹੈ ਔਰ ਸੰਸਦ ਦਾ ਕੋਈ ਵੀ ਮੈਂਬਰ ਪੇਸ਼ ਕਰ ਸਕਦਾ ਹੈ। ਸੋ ਇਸ ਦਾ ਰਾਈਟ ਆਨਸਰ ਆਪਸ਼ਨ ਸੀ ਹੈ। ਨੈਕਸਟ ਕੁਐਸਚਨ ਹੈ ਸੰਵਿਧਾਨ ਦੀ ਕਿਸ ਧਾਰਾ ਵਿੱਚ ਧਨ ਬਿੱਲ ਦੀ ਪਰਿਭਾਸ਼ਾ ਦਿੱਤੀ ਹੈ? ਆਪਸ਼ਨ ਏ ਹੈ ਧਾਰਾ 111, ਆਪਸ਼ਨ ਬੀ ਹੈ ਧਾਰਾ 110, ਆਪਸ਼ਨ ਸੀ ਹੈ ਧਾਰਾ 123, ਆਪਸ਼ਨ ਡੀ ਹੈ ਧਾਰਾ 76। ਧਾਰਾ ਦਾ ਮਤਲਬ ਆਰਟੀਕਲ ਔਰ ਧਨ ਬਿੱਲ ਦਾ ਮਤਲਬ ਮਨੀ ਬਿੱਲ। ਮਨੀ ਬਿੱਲ ਨੂੰ ਕਿਹੜੇ ਆਰਟੀਕਲ ਵਿੱਚ ਡਿਫਾਈਨ ਕੀਤਾ ਗਿਆ? ਡੀ ਆ ਰਿਹਾ ਔਰ 110 ਆਇਆ ਸੁਨੈਣਾ ਕੰਬੋਜ ਦਾ, ਬੀ ਆ ਰਿਹਾ। ਸੋ ਇਸ ਦਾ ਰਾਈਟ ਆਨਸਰ ਆਪਸ਼ਨ ਬੀ ਹੈ। ਇਹ ਧਾਰਾ 110 ਦੇ ਵਿੱਚ ਮਨੀ ਬਿੱਲ ਨੂੰ ਡਿਫਾਈਨ ਕੀਤਾ ਗਿਆ। ਠੀਕ ਹੈ, ਧਾਰਾ 123 ਜੋ ਹੈ ਉਹ ਅਧਿਆਦੇਸ਼ ਮਤਲਬ ਆਰਡੀਨੈਂਸ ਲਈ ਹੈ ਔਰ ਧਾਰਾ 76 ਦੇ ਵਿੱਚ ਅਟਾਰਨੀ ਜਨਰਲ ਬਾਰੇ ਗੱਲ ਕੀਤੀ ਗਈ ਹੈ। ਨੈਕਸਟ ਕੁਐਸਚਨ ਹੈ ਕੋਈ ਬਿੱਲ ਧਨ ਬਿੱਲ ਹੈ ਜਾਂ ਨਹੀਂ, ਇਸ ਬਾਰੇ ਕੌਣ ਫੈਸਲਾ ਕਰਦਾ ਹੈ? ਮੈਂ ਰਿਪੀਟ ਕਰ ਰਿਹਾ, ਕੋਈ ਬਿੱਲ ਮਨੀ ਬਿੱਲ ਹੈ ਜਾਂ ਨਹੀਂ, ਇਸ ਬਾਰੇ ਕੌਣ ਫੈਸਲਾ ਕਰਦਾ ਹੈ? ਆਪਸ਼ਨ ਏ ਹੈ ਰਾਸ਼ਟਰਪਤੀ, ਆਪਸ਼ਨ ਬੀ ਹੈ ਰਾਜ ਸਭਾ ਦਾ ਸਭਾਪਤੀ, ਆਪਸ਼ਨ ਸੀ ਹੈ ਲੋਕ ਸਭਾ ਦਾ ਸਪੀਕਰ, ਆਪਸ਼ਨ ਡੀ ਹੈ ਉਪ ਰਾਸ਼ਟਰਪਤੀ। ਬੀ ਔਰ ਸੀ ਆ ਰਿਹਾ ਆਨਸਰ। ਸੋ ਇਸ ਦਾ ਰਾਈਟ ਆਨਸਰ ਆਪਸ਼ਨ ਸੀ ਹੈ। ਕੋਈ ਬਿੱਲ ਧਨ ਬਿੱਲ ਹੈ ਜਾਂ ਨਹੀਂ, ਇਸ ਬਾਰੇ ਫੈਸਲਾ ਲੋਕ ਸਭਾ ਦਾ ਸਪੀਕਰ ਕਰਦਾ ਹੈ ਔਰ ਇਸ ਦਾ ਫੈਸਲਾ ਜੋ ਹੈ ਉਹ ਅੰਤਿਮ ਫੈਸਲਾ ਹੁੰਦਾ ਹੈ। ਇਸ ਦੇ ਫੈਸਲੇ ਨੂੰ ਕਿਸੇ ਵੀ ਪਾਸੇ ਚੁਣੌਤੀ ਨਹੀਂ ਦਿੱਤੀ ਜਾ ਸਕਦੀ। ਨੈਕਸਟ ਕੁਐਸਚਨ ਹੈ ਧਨ ਬਿੱਲ ਕਿਸ ਦੀ ਸਿਫਾਰਿਸ਼ ਤੇ ਲੋਕ ਸਭਾ ਵਿੱਚ ਪੇਸ਼ ਹੁੰਦਾ ਹੈ? ਆਪਸ਼ਨ ਏ ਹੈ ਪ੍ਰਧਾਨ ਮੰਤਰੀ, ਆਪਸ਼ਨ ਬੀ ਹੈ ਵਿੱਤ ਮੰਤਰੀ, ਆਪਸ਼ਨ ਸੀ ਹੈ ਲੋਕ ਸਭਾ ਸਪੀਕਰ, ਆਪਸ਼ਨ ਡੀ ਹੈ ਰਾਸ਼ਟਰਪਤੀ। ਸੀ ਆ ਰਿਹਾ ਆਨਸਰ ਔਰ ਬੀ ਆ ਰਿਹਾ, ਏ ਵੀ ਆਇਆ ਆਨਸਰ ਕਿਸੇ ਦਾ, ਬਲਵੰਤ ਸਿੰਘ ਦਾ ਏ ਆਇਆ। ਸੋ ਧਨ ਬਿੱਲ ਜੋ ਹੈ ਕਿਸ ਦੀ ਸਿਫਾਰਿਸ਼ ਤੇ ਲੋਕ ਸਭਾ ਵਿੱਚ ਪੇਸ਼ ਹੁੰਦਾ ਹੈ? ਉਸ ਦਾ ਆਨਸਰ ਹੈ ਆਪਸ਼ਨ ਡੀ, ਰਾਸ਼ਟਰਪਤੀ ਦੀ ਸਿਫਾਰਿਸ਼ ਤੇ ਲੋਕ ਸਭਾ ਵਿੱਚ ਪੇਸ਼ ਹੁੰਦਾ ਹੈ ਔਰ ਧਨ ਬਿੱਲ ਨੂੰ ਸਿਰਫ ਮੰਤਰੀ ਪੇਸ਼ ਕਰ ਸਕਦਾ ਹੈ। ਇਹ ਯਾਦ ਰੱਖਿਓ, ਅਗਰ ਮਨੀ ਬਿੱਲ ਹੈ ਤਾਂ ਉਸ ਨੂੰ ਸਿਰਫ ਮੰਤਰੀ ਪੇਸ਼ ਕਰ ਸਕਦਾ ਹੈ ਲੋਕ ਸਭਾ ਦੇ ਵਿੱਚ, ਕੋਈ ਨੋਰਮਲ ਮੈਂਬਰ ਨਹੀਂ ਕਰ ਸਕਦਾ। ਠੀਕ ਹੈ,
ਲੋਕ ਸਭਾ ਸਪੀਕਰ ਸਿਰਫ ਇਹ ਡਿਸਾਈਡ ਕਰਦਾ ਹੈ ਕਿ ਕੋਈ ਬਿੱਲ ਮਨੀ ਬਿੱਲ ਹੈ ਜਾਂ ਨਹੀਂ। ਵਿੱਤ ਮੰਤਰੀ ਬਜਟ ਪੇਸ਼ ਕਰਦਾ ਹੈ, ਨਾ ਕਿ ਧਨ ਬਿੱਲ। ਠੀਕ ਹੈ। ਨੈਕਸਟ ਕੁਐਸਚਨ ਹੈ, ਰਾਜ ਸਭਾ ਧਨ ਬਿੱਲ ਉੱਪਰ ਕੀ ਕਾਰਵਾਈ ਕਰ ਸਕਦੀ ਹੈ? ਆਪਸ਼ਨ ਏ ਹੈ ਸੋਧ ਕਰ ਸਕਦੀ ਹੈ, ਆਪਸ਼ਨ ਬੀ ਹੈ ਅਸਵੀਕਾਰ ਕਰ ਸਕਦੀ ਹੈ, ਆਪਸ਼ਨ ਸੀ ਹੈ ਹਮੇਸ਼ਾ ਲਈ ਖਤਮ ਕਰ ਸਕਦੀ ਹੈ, ਆਪਸ਼ਨ ਡੀ ਹੈ ਕੋਈ ਵੀ ਨਹੀਂ। ਅਗਰ ਲੋਕ ਸਭਾ ਤੋਂ ਧਨ ਬਿੱਲ ਪਾਸ ਹੋ ਕੇ ਰਾਜ ਸਭਾ ਵਿੱਚ ਜਾ ਰਿਹਾ ਹੈ ਤਾਂ ਰਾਜ ਸਭਾ ਕੀ ਕਾਰਵਾਈ ਕਰ ਸਕਦੀ ਹੈ ਉਸ ਤੇ? ਡੀ ਆਂਸਰ ਆਇਆ ਮਨਦੀਪ ਪੁਰੀ ਦਾ, ਬਾਕੀ ਸਭ ਦਾ ਏ ਔਰ ਬੀ ਆਇਆ। ਸੋ ਇਸ ਦਾ ਰਾਈਟ ਆਂਸਰ ਆਪਸ਼ਨ ਡੀ ਹੀ ਹੈ। ਡੀ ਇਸ ਦਾ ਰਾਈਟ ਆਂਸਰ ਹੈ। ਕਿਵੇਂ ਹੈ? ਜੇਕਰ ਕੋਈ ਬਿੱਲ ਮਨੀ ਬਿੱਲ ਹੈ ਤਾਂ ਰਾਜ ਸਭਾ ਨਾ ਤਾਂ ਉਸ ਵਿੱਚ ਸੋਧ ਕਰ ਸਕਦੀ ਹੈ, ਨਾ ਉਸ ਨੂੰ ਅਸਵੀਕਾਰ ਕਰ ਸਕਦੀ ਹੈ, ਨਾ ਹੀ ਹਮੇਸ਼ਾ ਲਈ ਖਤਮ ਕਰ ਸਕਦੀ ਹੈ। ਉਹ ਸਿਰਫ ਸੋਧ ਦੀ ਸਿਫਾਰਿਸ਼ ਕਰ ਸਕਦੀ ਹੈ ਔਰ 14 ਦਿਨ ਲਈ ਰੋਕ ਕੇ ਰੱਖ ਸਕਦੀ ਹੈ ਮਨੀ ਬਿੱਲ ਨੂੰ ਸਿਰਫ। ਚਾਹੋ 14 ਦਿਨ ਤੋਂ ਬਾਅਦ ਆਪਣੇ ਆਪ ਬਿੱਲ ਜੋ ਹੈ ਉਹ ਪਾਸ ਹੋ ਮੰਨਿਆ ਜਾਏਗਾ ਔਰ ਰਾਸ਼ਟਰਪਤੀ ਦੇ ਕੋਲ ਭੇਜ ਦਿੱਤਾ ਜਾਂਦਾ ਹੈ, ਅਗਰ ਰਾਜ ਸਭਾ ਧਨ ਬਿੱਲ ਨੂੰ ਰੋਕ ਕੇ ਰੱਖਦੀ ਹੈ ਤਾਂ। ਨੈਕਸਟ ਕੁਐਸਚਨ ਹੈ, ਧਨ ਬਿੱਲ ਸੰਸਦ ਤੋਂ ਪਾਸ ਹੋਣ ਤੋਂ ਬਾਅਦ ਰਾਸ਼ਟਰਪਤੀ ਬਿੱਲ ਦਾ ਕੀ ਕਰ ਸਕਦਾ ਹੈ? ਆਪਸ਼ਨ ਏ ਹੈ ਪੁਨਰ ਵਿਚਾਰ ਲਈ ਭੇਜ ਸਕਦਾ ਹੈ, ਆਪਸ਼ਨ ਬੀ ਹੈ ਰੋਕ ਕੇ ਰੱਖ ਸਕਦਾ ਹੈ, ਆਪਸ਼ਨ ਸੀ ਹੈ ਸਵੀਕਾਰ ਕਰ ਸਕਦਾ ਹੈ, ਆਪਸ਼ਨ ਡੀ ਹੈ ਬੀ ਅਤੇ ਸੀ ਦੋਨੋਂ। ਜਦੋਂ ਬਿੱਲ ਜੋ ਹੈ ਧਨ ਬਿੱਲ ਸੰਸਦ ਦੇ ਵਿੱਚੋਂ ਪਾਸ ਹੋ ਕੇ ਰਾਸ਼ਟਰਪਤੀ ਕੋਲ ਜਾ ਰਿਹਾ ਹੈ ਤਾਂ ਰਾਸ਼ਟਰਪਤੀ ਦੇ ਕੋਲ ਕੀ ਕੀ ਆਪਸ਼ਨਾਂ ਨੇ? ਇਸ ਦਾ ਆਨਸਰ ਤੁਸੀਂ ਦੇਣਾ ਹੈ, ਈਜ਼ੀ ਲੈਂਗੁਏਜ ਚ ਤੁਹਾਨੂੰ ਦੱਸਤਾ ਹੈ। ਡੀ ਆਂਸਰ ਆਇਆ ਔਰ ਸੀ ਵੀ ਆਂਸਰ ਆ ਰਿਹਾ। ਸੋ ਇਸ ਦਾ ਰਾਈਟ ਆਂਸਰ ਆਪਸ਼ਨ ਡੀ ਹੈ। ਜੇਕਰ ਧਨ ਬਿੱਲ ਸੰਸਦ ਵਿੱਚੋਂ ਪਾਸ ਹੋ ਕੇ ਰਾਸ਼ਟਰਪਤੀ ਕੋਲ ਜਾਂਦਾ ਹੈ ਤਾਂ ਉਹ ਪੁਨਰ ਵਿਚਾਰ ਲਈ ਨਹੀਂ ਭੇਜ ਸਕਦਾ। ਕਿਉਂ ਨਹੀਂ ਭੇਜ ਸਕਦਾ? ਕਿਉਂਕਿ ਉਸ ਦੀ ਸਿਫਾਰਿਸ਼ ਤੇ ਹੀ ਸੰਸਦ ਵਿੱਚ ਪੇਸ਼ ਹੋ ਰਿਹਾ, ਇਸ ਲਈ ਉਹ ਪੁਨਰ ਵਿਚਾਰ ਲਈ ਨਹੀਂ ਭੇਜ ਸਕਦਾ। ਉਸ ਨੂੰ ਰੋਕ ਕੇ ਰੱਖ ਸਕਦਾ ਹੈ, ਸਵੀਕਾਰ ਵੀ ਕਰ ਸਕਦਾ ਹੈ। ਇਹ ਦੋਨੋਂ ਆਪਸ਼ਨ ਉਸ ਦੇ ਕੋਲ ਬਚਦੀਆਂ, ਲੇਕਿਨ ਪੁਨਰ ਵਿਚਾਰ ਲਈ ਸੰਸਦ ਕੋਲ ਫਿਰ ਤੋਂ ਨਹੀਂ ਭੇਜ ਸਕਦਾ। ਨੈਕਸਟ ਕੁਐਸਚਨ ਹੈ, ਸਧਾਰਨ ਬਿੱਲ ਰਾਜ ਸਭਾ ਕਿੰਨਾ ਸਮਾਂ ਰੋਕ ਕੇ ਰੱਖ ਸਕਦੀ ਹੈ? ਆਪਸ਼ਨ ਏ ਹੈ 14 ਦਿਨ, ਆਪਸ਼ਨ ਬੀ ਹੈ 30 ਦਿਨ, ਆਪਸ਼ਨ ਸੀ ਹੈ 6 ਮੰਥ, ਆਪਸ਼ਨ ਡੀ ਹੈ 1 ਈਅਰ। ਇੱਥੇ ਟਪਲਾ ਖਾਓਗੇ ਸਾਰੇ। ਬੀ ਆਇਆ ਆਂਸਰ ਪ੍ਰੇਰਨਾ ਕੰਬੋਜ ਦਾ ਔਰ ਏ ਆਂਸਰ ਆਇਆ ਹੈ ਜਗਸੀਰ ਸਿੰਘ ਦਾ 14 ਦਿਨ ਆਇਆ। ਅਮਰਜੋਤ ਕੌਰ ਦਾ ਸੀ ਆਇਆ, ਰਕਸ਼ਿਤ ਦਾ 6 ਮੰਥ ਆਇਆ। ਸੋ ਇਸ ਦਾ ਰਾਈਟ ਆਂਸਰ ਆਪਸ਼ਨ ਸੀ ਹੈ 6 ਮੰਥ। ਮੈਨੂੰ ਪਤਾ ਸੀ ਇੱਥੇ ਤੁਸੀਂ ਟਪਲਾ ਖਾਓਗੇ, ਕਿਉਂਕਿ 14 ਦਿਨ ਮੈਂ ਦੱਸਿਆ ਸੀ ਧਨ ਬਿੱਲ ਲਈ, ਧਨ ਬਿੱਲ ਲਈ। ਠੀਕ ਹੈ। 6 ਮੰਥ ਜੋ ਹੈ ਉਹ ਨੋਰਮਲ ਬਿੱਲ ਲਈ। ਨੋਰਮਲ ਬਿੱਲ ਜੋ ਹੈ ਉਹ ਰਾਜ ਸਭਾ 6 ਮੰਥ ਲਈ ਰੋਕ ਕੇ ਰੱਖ ਸਕਦੀ ਹੈ ਔਰ 6 ਮੰਥ ਤੋਂ ਬਾਅਦ ਕੀ ਹੁੰਦਾ ਹੈ ਕਿ ਰਾਸ਼ਟਰਪਤੀ ਸੰਯੁਕਤ ਬੈਠਕ ਬੁਲਾ ਸਕਦਾ ਹੈ। ਦੋਵਾਂ ਸਦਨਾਂ ਦੇ ਵਿੱਚ ਅਗਰ ਵਿਵਾਦ ਚੱਲ ਰਿਹਾ ਹੈ ਤਾਂ ਸੰਯੁਕਤ ਬੈਠਕ ਜੋ ਹੈ ਉਹ ਰਾਸ਼ਟਰਪਤੀ ਦੁਆਰਾ ਬੁਲਾਈ ਜਾ ਸਕਦੀ ਹੈ। ਨੈਕਸਟ ਕੁਐਸਚਨ ਹੈ, ਸੰਯੁਕਤ ਬੈਠਕ ਕਦੋਂ ਬੁਲਾਈ ਜਾ ਸਕਦੀ ਹੈ? ਆਪਸ਼ਨ ਏ ਹੈ ਸੋਧ ਬਿੱਲ ਸਮੇਂ, ਆਪਸ਼ਨ ਬੀ ਹੈ ਸਧਾਰਨ ਬਿੱਲ ਸਮੇਂ, ਆਪਸ਼ਨ ਸੀ ਹੈ ਧਨ ਬਿੱਲ ਸਮੇਂ, ਆਪਸ਼ਨ ਡੀ ਹੈ ਕੋਈ ਵੀ ਨਹੀਂ। ਅਗਰ ਕਿਸੇ ਨੇ ਪਿਛਲੇ ਕੁਐਸਚਨ ਨੂੰ ਧਿਆਨ ਨਾਲ ਆਨਸਰ ਕੀਤਾ ਹੋਏਗਾ ਤਾਂ ਇਸ ਕੁਐਸਚਨ ਦਾ ਆਨਸਰ ਦੇਣਾ ਈਜ਼ੀ ਹੋਏਗਾ ਸਭ ਲਈ। ਮਨਦੀਪ ਪੁਰੀ ਦਾ ਏ ਆਇਆ, ਬਾਕੀ ਬੀ ਆ ਰਿਹਾ। ਪ੍ਰਭਦੀਪ ਕੌਰ ਦਾ ਵੀ ਏ ਆਇਆ, ਜਤਿਨ ਸ਼ਰਮਾ ਦਾ ਸੀ, ਬਾਕੀ ਸਭ ਦਾ ਬੀ ਆ ਰਿਹਾ। ਸੋ ਇਸ ਦਾ ਰਾਈਟ ਆਨਸਰ ਆਪਸ਼ਨ ਬੀ ਹੈ। ਸਾਧਾਰਨ ਬਿੱਲ ਹੋਏਗਾ ਤਾਂ ਸੰਯੁਕਤ ਬੈਠਕ ਬੁਲਾਈ ਜਾ ਸਕਦੀ ਹੈ। ਅਗਰ ਅਮੈਂਡਮੈਂਟ ਬਿੱਲ ਹੈ ਔਰ ਮਨੀ ਬਿੱਲ ਹੈ ਤਾਂ ਸੰਯੁਕਤ ਬੈਠਕ ਨਹੀਂ ਬੁਲਾਈ ਜਾ ਸਕਦੀ। ਠੀਕ ਹੈ। ਸੋ ਇਸ ਦਾ ਰਾਈਟ ਆਨਸਰ ਆਪਸ਼ਨ ਬੀ ਹੈ। ਨੈਕਸਟ ਕੁਐਸਚਨ ਹੈ, ਸੰਯੁਕਤ ਬੈਠਕ ਦੀ ਪ੍ਰਧਾਨਗੀ ਕੌਣ ਕਰਦਾ ਹੈ? ਆਪਸ਼ਨ ਏ ਹੈ ਰਾਸ਼ਟਰਪਤੀ, ਆਪਸ਼ਨ ਬੀ ਹੈ ਉਪ ਰਾਸ਼ਟਰਪਤੀ, ਆਪਸ਼ਨ ਸੀ ਹੈ ਲੋਕ ਸਭਾ ਸਪੀਕਰ, ਆਪਸ਼ਨ ਡੀ ਹੈ ਰਾਜ ਸਭਾ ਦਾ ਸਭਾਪਤੀ। ਸੀ ਆਂਸਰ ਆ ਰਿਹਾ ਮੋਸਟਲੀ।
ਇੱਕ ਇਹ ਵੀ ਆਨਸਰ ਆਇਆ ਰੁਕਸਰ ਦਾ। ਸੋ ਇਸ ਦਾ ਰਾਈਟ ਆਨਸਰ ਹੈ ਆਪਸ਼ਨ ਸੀ। ਸੰਯੁਕਤ ਬੈਠਕ ਦੀ ਪ੍ਰਧਾਨਗੀ ਜੋ ਹੈ ਉਹ ਲੋਕ ਸਭਾ ਦਾ ਸਪੀਕਰ ਕਰਦਾ ਹੈ। ਅਗਰ ਇੱਥੇ ਹੀ ਮੈਂ ਇੱਕ ਕੁਐਸਚਨ ਹੋਰ ਪੁੱਛ ਲਾਂ ਤੁਹਾਨੂੰ ਕਿ ਅਗਰ ਲੋਕ ਸਭਾ ਦਾ ਸਪੀਕਰ ਮੌਜੂਦ ਨਹੀਂ ਹੈ ਸਮੇਂ ਤੇ ਤਾਂ ਪ੍ਰਧਾਨਗੀ ਜੋ ਹੈ ਸੰਯੁਕਤ ਬੈਠਕ ਦੀ ਕੌਣ ਕਰੇਗਾ? ਅਗਰ ਲੋਕ ਸਭਾ ਦਾ ਸਪੀਕਰ ਮੌਕੇ ਤੇ ਮੌਜੂਦ ਨਹੀਂ ਹੈ ਤਾਂ ਸੰਯੁਕਤ ਬੈਠਕ ਦੀ ਪ੍ਰਧਾਨਗੀ ਕੌਣ ਕਰੇਗਾ? ਪ੍ਰੈਜ਼ੀਡੈਂਟ ਆ ਰਿਹਾ, ਉਪ ਸਪੀਕਰ ਆਇਆ ਇੱਕ ਜਗਸੀਰ ਸਿੰਘ ਦਾ, ਬਾਕੀ ਡੀ ਵੀ ਆ ਰਿਹਾ। ਪ੍ਰੈਜ਼ੀਡੈਂਟ ਦੁਆਰਾ ਨਿਯੁਕਤ ਕੋਈ ਵੀ ਮੈਂਬਰ, ਡਿਪਟੀ ਸਪੀਕਰ। ਸੋ ਇਸ ਦਾ ਰਾਈਟ ਆਨਸਰ ਇਹ ਹੈ ਕਿ ਅਗਰ ਲੋਕ ਸਭਾ ਸਪੀਕਰ ਮੌਜੂਦ ਨਹੀਂ ਹੈ ਤਾਂ ਡਿਪਟੀ ਸਪੀਕਰ ਲੋਕ ਸਭਾ ਦਾ ਸੰਯੁਕਤ ਬੈਠਕ ਦੀ ਪ੍ਰਧਾਨਗੀ ਕਰੇਗਾ। ਅਗਰ ਡਿਪਟੀ ਸਪੀਕਰ ਵੀ ਮੌਜੂਦ ਨਹੀਂ ਹੈ, ਲੋਕ ਸਭਾ ਸਪੀਕਰ ਵੀ ਮੌਜੂਦ ਨਹੀਂ ਹੈ ਔਰ ਡਿਪਟੀ ਸਪੀਕਰ ਵੀ ਮੌਜੂਦ ਨਹੀਂ ਹੈ, ਤਾਂ ਸੰਯੁਕਤ ਬੈਠਕ ਦੀ ਪ੍ਰਧਾਨਗੀ ਕੌਣ ਕਰੇਗਾ? ਇਸ ਦਾ ਆਨਸਰ ਕੀ ਹੈ? ਸੀਨੀਅਰ ਮੋਸਟ ਮੈਂਬਰ ਰਕਸ਼ਿਦਾ। ਪ੍ਰੈਜ਼ੀਡੈਂਟ, ਡਿਪਟੀ ਸਪੀਕਰ ਤੋਂ ਬਾਅਦ ਕੌਣ ਕਰੇਗਾ? ਸੀਨੀਅਰ ਮੋਸਟ ਮੈਂਬਰ ਆ ਰਿਹਾ, ਪ੍ਰੈਜ਼ੀਡੈਂਟ ਆ ਰਿਹਾ। ਹੋਰ ਕਿਸੇ ਕੋਲ ਕੋਈ ਆਨਸਰ ਨਹੀਂ ਹੈ ਜਾਂ ਮੈਨੂੰ ਹੀ ਦੱਸਣਾ ਪਏਗਾ? ਪ੍ਰੈਜ਼ੀਡੈਂਟ ਆ ਰਿਹਾ ਔਰ ਬੀ ਆ ਰਿਹਾ, ਉਪ ਰਾਸ਼ਟਰਪਤੀ। ਓਕੇ, ਅਗਰ ਲੋਕ ਸਭਾ ਸਪੀਕਰ ਵੀ ਮੌਜੂਦ ਨਹੀਂ ਹੈ, ਡਿਪਟੀ ਸਪੀਕਰ ਵੀ ਮੌਜੂਦ ਨਹੀਂ ਹੈ, ਤਾਂ ਸੰਯੁਕਤ ਬੈਠਕ ਦੀ ਪ੍ਰਧਾਨਗੀ ਰਾਜ ਸਭਾ ਦਾ ਉਪ ਸਭਾਪਤੀ ਕਰੇਗਾ। ਰਾਜ ਸਭਾ ਦਾ ਉਪ ਸਭਾਪਤੀ, ਨਾ ਹੀ ਉਪ ਰਾਸ਼ਟਰਪਤੀ ਕਰੇਗਾ, ਨਾ ਹੀ ਰਾਜ ਸਭਾ ਦਾ ਸਭਾਪਤੀ ਕਰੇਗਾ, ਨਾ ਹੀ ਰਾਸ਼ਟਰਪਤੀ ਕਰੇਗਾ। ਇਹ ਤਿੰਨੇ ਕਦੇ ਵੀ ਸੰਯੁਕਤ ਬੈਠਕ ਦੀ ਪ੍ਰਧਾਨਗੀ ਨਹੀਂ ਕਰਦੇ। ਠੀਕ ਹੈ, ਹੁਣ ਇੱਕ ਹੋਰ ਕੁਐਸਚਨ ਹੈ, ਅਗਰ ਲੋਕ ਸਭਾ ਸਪੀਕਰ ਵੀ ਨਹੀਂ ਹੈ, ਡਿਪਟੀ ਸਪੀਕਰ ਵੀ ਨਹੀਂ ਹੈ ਔਰ ਰਾਜ ਸਭਾ ਦਾ ਉਪ ਸਭਾਪਤੀ ਵੀ ਨਹੀਂ ਹੈ, ਤਾਂ ਸੰਯੁਕਤ ਬੈਠਕ ਦੀ ਪ੍ਰਧਾਨਗੀ ਕੌਣ ਕਰੇਗਾ? ਪ੍ਰਧਾਨ ਮੰਤਰੀ ਆ ਰਿਹਾ। ਓਕੇ, ਸੀਨੀਅਰ ਮੈਂਬਰ ਆ ਰਿਹਾ। ਰਾਸ਼ਟਰਪਤੀ ਤਾਂ ਕਰੇਗਾ ਹੀ ਨਹੀਂ, ਮੈਂ ਆਨਸਰ ਦੇ ਤਾਂ ਦਿੱਤਾ, ਕਦੇ ਵੀ ਨਹੀਂ ਕਰੇਗਾ। ਨਾ ਹੀ ਰਾਜ ਸਭਾ ਦਾ ਰਾਜ ਸਭਾ ਦਾ ਸਭਾਪਤੀ ਵੀ ਨਹੀਂ ਕਰੇਗਾ ਕਦੇ ਵੀ। ਉਪ ਰਾਸ਼ਟਰਪਤੀ ਨੂੰ ਹੀ ਸਭਾਪਤੀ ਕਹਿੰਦੇ ਆ। ਪ੍ਰਧਾਨ ਮੰਤਰੀ ਵੀ ਨਹੀਂ ਕਰੇਗਾ। ਸੋ ਇਸ ਦਾ ਮੈਂ ਆਨਸਰ ਦੇ ਹੀ ਦਿੰਨਾ, ਅਗਰ ਲੋਕ ਸਭਾ ਸਪੀਕਰ ਵੀ ਨਹੀਂ ਹੈ, ਡਿਪਟੀ ਸਪੀਕਰ ਵੀ ਨਹੀਂ ਹੈ ਔਰ ਰਾਜ ਸਭਾ ਦਾ ਵਾਈਸ ਸਪੀਕਰ ਵੀ ਨਹੀਂ ਹੈ, ਵਾਈਸ ਸਭਾਪਤੀ ਨਹੀਂ ਹੈ, ਤਾਂ ਕੀ ਕਰਦਾ ਹੈ, ਸੰਯੁਕਤ ਬੈਠਕ ਦੇ ਵਿੱਚ ਜਿੰਨੇ ਵੀ ਮੈਂਬਰ ਬੈਠੇ ਹੁੰਦੇ ਆ ਉਹ ਤੈਅ ਕਰਦੇ ਆ ਕਿ ਕੌਣ ਪ੍ਰਧਾਨਗੀ ਕਰੇਗਾ। ਉਹਨਾਂ ਦੇ ਵਿੱਚੋਂ ਹੀ ਕੋਈ ਮੈਂਬਰ ਚੁਣਿਆ ਜਾਂਦਾ। ਠੀਕ ਹੈ, ਇਹ ਚਾਰ ਆਪਸ਼ਨਾਂ ਹੁੰਦੀਆਂ। ਉਪ ਰਾਸ਼ਟਰਪਤੀ ਇਸ ਲਈ ਪ੍ਰਧਾਨਗੀ ਨਹੀਂ ਕਰਦਾ, ਕਿਉਂ ਨਹੀਂ ਕਰਦਾ ਉਸ ਦਾ ਰੀਜ਼ਨ ਮੈਂ ਦੱਸ ਦਿੰਦਾ। ਜੋ ਰਾਜ ਸਭਾ ਦਾ ਸਭਾਪਤੀ ਹੁੰਦਾ ਹੈ ਉਹ ਸਦਨ ਦੇ ਕਿਸੇ ਵੀ ਲੋਕ ਸਭਾ ਦਾ ਔਰ ਰਾਜ ਸਭਾ ਦਾ ਮੈਂਬਰ ਨਹੀਂ ਹੁੰਦਾ, ਇਸ ਲਈ ਸੰਯੁਕਤ ਬੈਠਕ ਦੀ ਪ੍ਰਧਾਨਗੀ ਦੇ ਵਿੱਚ ਉਹ ਹਿੱਸਾ ਨਹੀਂ ਲੈਂਦਾ। ਰਾਸ਼ਟਰਪਤੀ ਦਾ ਸਿਰਫ ਇਹੀ ਫਰਜ਼ ਹੈ ਸੰਯੁਕਤ ਬੈਠਕ ਨੂੰ ਬੁਲਾਉਣਾ, ਉਸ ਦੀ ਪ੍ਰਧਾਨਗੀ ਕਰਨਾ ਨਹੀਂ ਹੈ। ਓਕੇ, ਨੈਕਸਟ ਕੁਐਸਚਨ ਹੈ, ਸੰਵਿਧਾਨ ਲਾਗੂ ਹੋਣ ਤੋਂ ਹੁਣ ਤੱਕ ਕਿੰਨੀ ਵਾਰ ਸੰਯੁਕਤ ਬੈਠਕ ਹੋ ਚੁੱਕੀ ਹੈ? ਆਪਸ਼ਨ ਏ ਹੈ ਬਹੁਤ ਵਾਰ, ਆਪਸ਼ਨ ਬੀ ਹੈ 10 ਵਾਰ, ਆਪਸ਼ਨ ਸੀ ਹੈ 3 ਵਾਰ, ਆਪਸ਼ਨ ਡੀ ਹੈ 1 ਵਾਰ। ਜਦੋਂ ਤੋਂ ਸੰਵਿਧਾਨ ਲਾਗੂ ਹੋਇਆ ਹੈ 1950 ਤੋਂ ਹੁਣ ਤੱਕ 2021 ਤੱਕ ਕਿੰਨੀ ਵਾਰ ਸੰਯੁਕਤ ਬੈਠਕ ਜੋ ਹੈ ਉਹ ਹੋ ਚੁੱਕੀ ਹੈ? ਦੋ ਟਾਈਮ ਪ੍ਰਭਦੀਪ ਕੌਰ ਦਾ, ਰਕਸ਼ਿਤ ਦਾ ਸੀ, ਜਤਿਨ ਸ਼ਰਮਾ ਦਾ ਏ, ਪ੍ਰੇਰਨਾ ਦਾ ਬੀ, 3 ਵਾਰ ਜਗਸੀਰ ਦਾ ਆਇਆ। ਸੋ ਇਸ ਦਾ ਰਾਈਟ ਆਨਸਰ ਆਪਸ਼ਨ ਸੀ ਹੈ। ਜਦੋਂ ਤੋਂ ਸੰਵਿਧਾਨ ਲਾਗੂ ਹੋਇਆ 3 ਵਾਰ ਸੰਯੁਕਤ ਬੈਠਕ ਹੋ ਚੁੱਕੀ ਹੈ। ਪਹਿਲੀ ਵਾਰੀ 1960 ਦੇ ਵਿੱਚ, ਉਦੋਂ ਦਹੇਜ ਰੋਕੂ ਐਕਟ ਲਿਆਇਆ ਗਿਆ ਸੀ। ਠੀਕ ਹੈ, 1960 ਦੇ ਵਿੱਚ। ਦੂਸਰੀ ਵਾਰ 1977 ਦੇ ਵਿੱਚ, ਉਦੋਂ ਕੀ ਹੋਇਆ ਸੀ, ਬੈਂਕ ਸੇਵਾ ਆਯੋਗ ਐਕਟ ਲਿਆਇਆ ਗਿਆ ਸੀ। ਤੀਸਰੀ ਵਾਰ 2002 ਦੇ ਵਿੱਚ। 2002 ਦੇ ਵਿੱਚ ਕੀ ਹੋਇਆ ਕਿ ਆਤੰਕਵਾਦ
ਨਿਵਾਰਨ ਐਕਟ ਲਿਆਇਆ ਗਿਆ। ਟੈਰਰਿਜ਼ਮ ਨੂੰ ਰੋਕਣ ਲਈ ਐਕਟ ਲਿਆਇਆ ਗਿਆ ਸੀ 2002 ਦੇ ਵਿੱਚ। ਓਕੇ, ਇਹ 3 ਵਾਰੀ ਸੰਯੁਕਤ ਬੈਠਕ ਹੋਈ ਹੈ। ਸੋ ਹੁਣ ਕਿਸੇ ਦਾ ਕੋਈ ਡਾਊਟ ਹੈ ਤਾਂ ਉਹ ਹੈਂਡ ਰੇਜ਼ ਕਰਕੇ 1 ਬਾਈ 1 ਪੁੱਛ ਸਕਦਾ ਹੈ, ਕਿਉਂਕਿ ਅੱਜ ਦਾ ਟੌਪਿਕ ਕਾਫੀ ਡਿਫਿਕਲਟ ਸੀ। ਸੋ ਡਾਊਟ ਬਹੁਤ ਸਾਰੇ ਹੋਣਗੇ, ਇਸ ਵਿੱਚ ਕੋਈ ਸ਼ੱਕ ਨਹੀਂ ਹੈ। ਕਿਸੇ ਨੂੰ ਕਿਸੇ ਕੁਐਸਚਨ ਤੇ ਡਾਊਟ ਹੈ ਤਾਂ ਉਹ ਪੁੱਛ ਸਕਦਾ ਹੈ ਹੈਂਡ ਰੇਜ਼ ਕਰਕੇ, ਕਿਉਂਕਿ ਹਜੇ ਪਾਰਲੀਮੈਂਟ ਖਤਮ ਨਹੀਂ ਹੋਇਆ। ਪਾਰਲੀਮੈਂਟ ਉੱਪਰ ਹਜੇ 1 ਔਰ 2 ਸੈਸ਼ਨ ਹੋਰ ਲਏ ਜਾਣਗੇ। ਕਾਫੀ ਵੱਡਾ ਟੌਪਿਕ ਹੈ ਪਾਰਲੀਮੈਂਟ। ਅਗਰ ਤੁਸੀਂ ਪਾਰਲੀਮੈਂਟ ਕਰ ਲਿਆ ਤਾਂ ਸਟੇਟ ਲੈਜਿਸਲੇਚਰ ਜੋ ਹੈ ਉਸ ਨੂੰ ਕਰਨਾ ਈਜ਼ੀ ਹੋ ਜਾਏਗਾ ਤੁਹਾਡੇ ਲਈ। ਮਾਈਕ ਸਭ ਦੇ ਅਨਮਿਊਟ ਆ, ਮੈਂ ਜਿੰਦਾ ਨਾਂ ਲਾਂਗਾ ਉਹੀ ਮਾਈਕ ਅਨਮਿਊਟ ਕਰੇਗਾ, ਬਾਕੀ ਨਹੀਂ। ਹਾਂਜੀ ਪ੍ਰਭਦੀਪ ਕੌਰ, 1 ਮਿੰਟ। ਜਗਸੀਰ ਸਿੰਘ ਹੈਂਡ ਰੇਜ਼ ਕਰ ਲਓ 1 ਬਾਈ 1। ਪ੍ਰਭਦੀਪ ਕੌਰ। ਹਾਂਜੀ ਸਰ, ਇੱਕ ਫਰਸਟ ਕੁਐਸਚਨ ਤੁਸੀਂ ਸਟਾਰਟਿੰਗ ਤੇ ਬੋਲਿਆ ਸੀਗਾ ਹਾਂਜੀ ਵੀ ਜਦੋਂ ਵੀ ਕੋਈ ਬੈਠਕ ਹੁੰਦੀ ਸਭ ਤੋਂ ਫਰਸਟ ਪਹਿਲਾਂ ਵੀ ਉਹਨਾਂ ਦਾ ਕੀ ਕੰਮ ਹੁੰਦਾ, ਪ੍ਰਸ਼ਨ ਕਾਲ ਦਾ ਸਮਾਂ ਜਿਹੜਾ ਹੁੰਦਾਗਾ। ਹਾਂਜੀ ਸਰ ਤੁਸੀਂ ਦੀ ਉਹ ਐਵੇਂ ਕਿਹਾ ਸੀਗਾ ਵੀ ਉਹ ਤਿੰਨ ਪ੍ਰਕਾਰ ਦਾ ਹੁੰਦਾਗਾ। ਸੰਸਦ ਵਿੱਚ ਜਿਹੜੀ ਚਰਚਾ ਹੁੰਦੀ ਹੈ, ਜਦੋਂ ਲਿਆਂਦੇ ਨੇ ਪ੍ਰਸਤਾਵ ਪੇਸ਼ ਕੀਤੇ ਜਾਂਦੇ ਨੇਗੇ। ਨਹੀਂ, ਮੈਂ ਪ੍ਰਸ਼ਨ ਕਾਲ ਦੇ ਵਿੱਚ ਪੁੱਛੇ ਜਾਣ ਵਾਲੇ ਪ੍ਰਸ਼ਨਾਂ ਦੇ ਟਾਈਪ ਪੁੱਛੇ ਸੀ। ਉਹ 3 ਟਾਈਪ ਹੁੰਦੇ ਆ। ਹਾਂਜੀ, ਉਹ ਸਰ ਕਿਹੜੇ ਫਰਸਟ ਹੈ ਤਾਰਾਂਕਿਕ ਪ੍ਰਸ਼ਨ, ਦੂਸਰਾ ਹੈ ਅਤਾਰਾਂਕਿਕ ਪ੍ਰਸ਼ਨ, ਤੀਸਰਾ ਹੈ ਅਲਪ ਸੂਚਨਾ ਪ੍ਰਸ਼ਨ। ਜਿਹੜਾ ਫਰਸਟ ਟਾਈਪ ਹੈ ਉਹਦੇ ਵਿੱਚ ਜੋ ਉੱਤਰ ਦਿੱਤਾ ਜਾਂਦਾ ਉਹ ਬੋਲ ਕੇ ਦਿੱਤਾ ਜਾਂਦਾ। ਦੂਸਰੀ ਟਾਈਪ ਦੇ ਵਿੱਚ ਉੱਤਰ ਜੋ ਹੈ ਉਹ ਲਿਖਿਤ ਰੂਪ ਵਿੱਚ ਦਿੱਤਾ ਜਾਂਦਾ ਹੈ। ਅਲਪ ਸੂਚਨਾ ਵਾਲੇ ਪ੍ਰਸ਼ਨ ਦੇ ਵਿੱਚ ਅਗਰ ਪੁੱਛਣਾ ਹੈ, ਤੁਸੀਂ 10 ਦਿਨ ਦਾ ਪਹਿਲਾਂ ਨੋਟਿਸ ਦੇਣਾ ਪਏਗਾ ਮੰਤਰੀ ਨੂੰ ਕਿ ਮੈਂ ਇਹਦੇ ਤੇ ਤੁਹਾਡੇ ਤੋਂ ਪ੍ਰਸ਼ਨ ਪੁੱਛਣਾ ਹੈ, ਕਿਉਂਕਿ ਸੂਚਨਾ ਅਗਰ ਪੁੱਛੀ ਜਾਂਦੀ ਹੈ ਤਾਂ ਮੰਤਰੀ ਨੂੰ ਡਾਇਰੈਕਟ ਪਤਾ ਨਹੀਂ ਹੁੰਦਾ। ਜ਼ਰੂਰੀ ਨਹੀਂ ਹੈ ਕਿ ਮੰਤਰੀ ਨੂੰ ਡਾਇਰੈਕਟ ਪਤਾ ਹੋਏ। ਸੋ ਉਸ ਨੂੰ ਉਸ ਬਾਰੇ ਸਰਚ ਕਰਨ ਲਈ 10 ਦਿਨ ਦਾ ਟਾਈਮ ਦਿੱਤਾ ਜਾਂਦਾ। ਠੀਕ ਹੈ ਸਰ, ਇੱਕ ਜੀ ਪੰਜਵਾਂ ਕੁਐਸਚਨ ਸੀਗਾ ਜੀ। ਪੰਜਵਾਂ ਕੁਐਸਚਨ ਤੁਸੀਂ ਐਂ ਕਿਹਾ ਸੀਗਾ ਵੀ ਪ੍ਰਸਤਾਵ ਦੀਆਂ ਮੁੱਖ ਸ਼੍ਰੇਣੀਆਂ ਕਿ 3 ਨੇਗੀਆਂ। ਹਾਂਜੀ ਇੱਕ ਪਹਿਲੀ ਸੀਗੀ ਜਿਹੜੀ ਮਹੱਤਵਪੂਰਨ ਪ੍ਰਸਤਾਵ ਸੀਗਾ, ਹਾਂਜੀ ਔਰ ਫਿਰ ਉਹ ਪ੍ਰੈਜ਼ੀਡੈਂਟ, ਇੱਕ ਇਲੈਕਸ਼ਨ ਕਮਿਸ਼ਨ ਤੇ ਇੱਕ ਚੀਫ ਜਸਟਿਸ ਆਫ ਇੰਡੀਆ ਕਿਹਾ ਸ਼ਾਮਿਲ ਹੁੰਦੇ। ਹਾਂ, ਅਗਰ ਜੱਜ ਵਗੈਰਾ ਕਿਸੇ ਨੂੰ ਵੀ ਹਟਾਉਣਾ ਹੈ ਤਾਂ ਸੰਸਦ ਦੇ ਦੁਆਰਾ ਹੀ ਹਟਾਇਆ ਜਾ ਸਕਦਾ ਹੈ। ਉਸ ਨੂੰ ਮਹੱਤਵਪੂਰਨ ਪ੍ਰਸਤਾਵ ਇਸ ਲਈ। ਦੂਸਰਾ ਹੈ ਸਥਾਪਨ ਪ੍ਰਸਤਾਵ, ਉਹ ਮੂਲ ਪ੍ਰਸਤਾਵ ਦੀ ਜਗ੍ਹਾ ਲੈਂਦਾ ਹੈ। ਅੱਛਾ ਠੀਕ ਹੈ, ਮੂਲ ਪ੍ਰਸਤਾਵ ਦੇ ਵਿੱਚ। ਤੀਸਰਾ ਹੈ ਪੂਰਕ ਪ੍ਰਸਤਾਵ। ਇਹ ਪ੍ਰਸਤਾਵ ਦਾ ਕੋਈ ਖੁਦ ਦਾ ਅਰਥ ਨਹੀਂ ਹੁੰਦਾ, ਲੇਕਿਨ ਇਹ ਅਗਰ ਪੇਸ਼ ਹੁੰਦਾ ਹੈ ਤਾਂ ਇਸ ਤੋਂ ਬਾਅਦ ਇਹਦੇ ਵਿੱਚ ਕਾਫੀ ਸਾਰੀਆਂ ਟਾਈਪ ਹੁੰਦੀਆਂ। ਇਹਦੀਆਂ ਵੀ 3 ਟਾਈਪ ਅੱਗੇ ਬਣਦੀਆਂ। ਸੋ ਉਹਦੇ ਬਾਰੇ ਜਾਣਨਾ ਤੁਹਾਡੇ ਲਈ ਜ਼ਰੂਰੀ ਨਹੀਂ ਹੈ ਅਗਰ ਤੁਸੀਂ ਵੱਡੇ ਐਗਜ਼ਾਮ ਦੀ ਤਿਆਰੀ ਨਹੀਂ ਕਰ ਰਹੇ। ਮੇਨਲੀ ਜਿੱਥੇ ਮੇਨਸ ਨਹੀਂ ਲਿਖਣਾ ਤੁਹਾਡੇ ਲਈ ਉਸ ਬਾਰੇ ਜਾਣਨਾ ਜ਼ਰੂਰੀ ਨਹੀਂ ਹੈ। ਅਗਰ ਮੇਨਸ ਲਿਖਣਾ ਹੈ ਫਿਰ ਜਾਣਨਾ ਜ਼ਰੂਰੀ ਹੈ। ਹੈਲੋ, ਥੈਂਕ ਯੂ ਸਰ। ਹੈਲੋ ਹਾਂਜੀ ਜਗਸੀਰ ਸਿੰਘ ਸਰ, ਇੱਕ ਤੁਸੀਂ ਕਿਹਾ ਸੀ ਸੰਸਦ ਨੂੰ ਰੱਦ ਕਰਨ ਵਾਸਤੇ ਐਪ ਵਿਸ਼ਵਾਸ ਲੱਗਦਾ ਜੀ। ਸੰਸਦ ਰੱਦ ਨਹੀਂ ਹੁੰਦੀ। 1 ਮਿੰਟ ਸੰਸਦ ਕਦੇ ਰੱਦ ਨਹੀਂ ਹੁੰਦੀ। ਲੋਕ ਸਭਾ ਹੀ ਭੰਗ ਹੁੰਦੀ ਹੈ। ਰਾਜ ਸਭਾ ਸਥਾਈ ਸਦਨ ਹੈ, ਲੋਕ ਸਭਾ ਹੀ ਭੰਗ ਹੁੰਦੀ ਹੈ। ਪਾਰਲੀਮੈਂਟ ਨਹੀਂ ਕਹਿ ਸਕਦੇ ਤੁਸੀਂ। ਲੋਕ ਸਭਾ ਭੰਗ ਹੁੰਦੀ, ਫਿਰ ਐਪ ਪ੍ਰਸਤਾਵ ਨਾਲ ਭੰਗ ਹੁੰਦੀ ਹੈ ਜੀ। ਅਵਿਸ਼ਵਾਸ ਪ੍ਰਸਤਾਵ ਲਿਆਇਆ ਜਾਂਦਾ ਹੈ। ਲੋ ਮੋਸ਼ਨ ਜਿਹਨੂੰ ਕਹਿੰਦੇ ਆ। ਓਕੇ, ਹਾਂਜੀ ਮਿਸਟਰ ਸਿੰਘ ਹੈਂਡ ਰੇਜ਼ ਕੀਤਾ, ਮਾਈਕ ਅਨਮਿਊਟ ਕਰ ਲਓ। ਇਹ ਤਾਂ ਨਹੀਂ ਕਰ ਰਹੇ। ਰਕਸ਼ਿਤ